सतनाम करता पुरख निर्भउ निर्वैर अकाल मूरत अजूनी सैभं गुर प्रसाद। मैं मूर्ख की केतक बात है, कूट पराधी तरियारी। गुरु नानक जिन सुनिया पेखिया, फिर गर्भासना परिया रे। धन धन साहिब श्री गुरु नानक देव साहिब महाराज जी के पावन पवित्र स्थान गुरुद्वारा नानक प्याओ साहिब जी विखे चवर छतर तखत दे मालिक धन धन सतगुरु साहिब श्री गुरु ग्रंथ साहिब महाराज जी की पावन पवित्र निगी गोद अंदर जुड़ बैठे गुरु का खास रूप गुरु सवारे सतसंगी जनों, आप जी सरबत धनता दे जोग हो वडभागे हो, जो सतगुरु जी की पावन पवित्र गोच बैठ करके आसा जी के वार दे कीर्तन बड़े प्यार सत्कार सच सरवण कर रहे हो। हुण समय इस पावन अस्थान की मर्यादा अनुसार चल रही लड़ीवार पावन गुर शब्द की विचार कथा का अज के पावन शब्द आप जी ने सत्कार जो भाई साहब जी पासों सरवण किए है। सतगुरु गुरु नानक देव साहिब महाराज जी की मुबारक रसना तो उचारण होए ये पावन शब्द जिसका पहला सलोक आप जी ने सत्कारयोग सिंह साहिब ज्ञानी बचित्र सिंह जी इस पावन स्थान के हैड ग्रंथी साहब जिन्हों ने कल विचार की थी, इस दे इकला सलोक अते पौड़ी जिसका मूल पाठ आप जी ने 10वीं पौड़ी का सरवण किया है, उसकी विचार प्रारंभ करने तो पहला जिन्हें भी शरीर सतगुरु जी की पावन पवित्र गोच जुड़ बैठे हाँ बड़े अदब प्यार सत्कार सहित सतगुरु गुरु ग्रंथ साहिब महाराज जी को शीश झुका करके फतेह प्रवान करो। वाहिगुरु जी का खालसा वाहिगुरु जी की फतेह। जगत के मालिक सतगुरु गुरु नानक देव साहिब महाराज इस पावन शब्द समझाते ने। कल असी विचार सरवण करके आए हैं, सो जीविया वो जीविया वो जिंद है, जिस मन वसिया सोए, जिहदे मन विच अकाल पुरख परमात्मा वस जाए, जिहदे मन विच परमात्मा वस जाए, मन दे विच परमात्मा वस जाए। दुनिया के रस जिन्हां च असीं प्रबल हो गए हाँ, जिन्हां च असीं लपेटे गए हाँ, वो रसां की गल गुरु नानक साहब महाराज सारियां दी कर रहे हैं। सतगुरु कहते जिहदे मन में परमात्मा वस जाए उहदा जीवन सफल है। जिन्हों इस गल की समझ आ जाए कि अकाल पुरख परमात्मा के भाणे तो बगैर होर कुछ नहीं, हुक्म है अंदर सब को बाहर हुक्म ना कोई। जिन्हों इस गल की सोझी आ जाए भी जो कुछ वरतारा वरत रहा ये परमात्मा की भाणे अंदर है, रब की रजा के अंदर है, जिहड़ा उस अकाल पुरख परमात्मा नाल जुड़ जाता। अज दा पावन शब्द
ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕਿਆ ਖਾਧਾ ਕਿਆ ਪੈਦਾ ਹੋਏ। ਪ੍ਰਭੂ ਨੇ ਸੋਹਣੇ ਪਦਾਰਥ ਦਿੱਤੇ ਨੇ, ਕਿਆ ਖਾਧਾ ਕਿਆ ਪੈਦਾ ਹੋਏ, ਜਾਂ ਮਨ ਨਾ ਹੀ ਸੱਚਾ ਸੋਏ। ਤੇਰੇ ਖਾਣ ਨਾਲ ਕੀ ਹੋਣਾ, ਤੇਰੇ ਪਹਿਨਣ ਨਾਲ ਕੀ ਹੋਣਾ। ਖਾਧਾ ਸੋਹਣੇ ਕੱਪੜੇ ਹੰਢਾਉਣ ਨਾਲ ਕੀ ਸਵਾਦ ਹੈ। ਸੋਹਣਾ ਲਿਬਾਸ ਪਾਉਣ ਦਾ ਕੀ ਫਾਇਦਾ। ਤਨ ਨੂੰ ਢੱਕਣ ਵਾਸਤੇ ਹੈ। ਸੋਹਣੇ ਲਿਬਾਸ ਸੋਹਣਾ ਆਚਾਰਨ ਨਹੀਂ। ਸੋਹਣੇ ਕੱਪੜੇ ਵਕਤੀ ਤੌਰ 'ਤੇ ਚੰਗੇ ਨੇ, ਪਰ ਵਕਤੀ ਤੌਰ 'ਤੇ ਨੇ, ਸਦੀਵ ਨਹੀਂ ਹੈ। ਵਕਤੀ ਤੌਰ 'ਤੇ ਤੁਹਾਡਾ ਲਿਬਾਸ ਕਿਸੇ 'ਤੇ ਪ੍ਰਭਾਵ ਪਾ ਸਕਦਾ। ਕੱਪੜੇ ਸੋਹਣੇ ਨੇ, ਸੋਹਣੀ ਦਸਤਾਰ ਬੱਧੀ ਆ, ਸੋਹਣੇ ਲਿਬਾਸ ਪਾਇਆ, ਪ੍ਰਭਾਵ ਹੈ। ਪਰ ਬੰਦਾ ਬੋਲੇ ਤੇ ਮਾੜਾ ਬੋਲੇ ਤੇ ਕੀ ਕਵੇਗਾ ਕੋਈ ਵੀ ਕੱਪੜੇ ਬੜੇ ਚੰਗੇ ਨੇ। ਕਿੰਨਾ ਕਿੰਨਾ ਖਰਚ ਅਸੀਂ ਪਹਿਨਣ ਤੇ ਕਰ ਦਿੰਦੇ ਹਾਂ। ਅਸਕਰ ਇਹ ਤਨ ਨੂੰ ਢੱਕਣ ਵਾਸਤੇ ਸਨ, ਪਰ ਅੱਜ ਇਹ ਦੁਨੀਆ ਦਾ ਰਸ ਬਣ ਗਿਆ। ਇੱਕ ਬਾਦਸ਼ਾਹ ਨੇ ਇੱਕ ਫਕੀਰ ਨੂੰ ਬੁਲਾਇਆ ਆਪਣੇ ਕੋਲ। ਬਾਦਸ਼ਾਹ ਨੇ ਕਿਹਾ ਫਕੀਰ ਨੂੰ ਵੀ ਮੈਨੂੰ ਆਣ ਕੇ ਮਿਲ। ਉਸ ਫਕੀਰ ਨੇ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸਿਆ, ਕਹਿਣ ਲੱਗਾ ਮੈਨੂੰ ਮੇਰੇ ਬਾਦਸ਼ਾਹ ਨੇ ਬੁਲਾਇਆ ਅੱਜ। ਉਹਦੇ ਦੋਸਤ ਕਹਿਣ ਲੱਗੇ ਤੂੰ ਕੱਪੜੇ ਚੰਗੇ ਪਾ ਕੇ ਜਾਵੀਂ। ਉਹ ਕਹਿੰਦਾ ਦੋਸਤ, ਉਹ ਬਾਦਸ਼ਾਹ ਨੇ ਮੈਨੂੰ ਬੁਲਾਇਆ ਜਾਂ ਕੱਪੜਿਆਂ ਨੂੰ ਬੁਲਾਇਆ? ਉਹਨੇ ਮੈਨੂੰ ਬੁਲਾਇਆ, ਉਹਨੇ ਲਿਬਾਸ ਨੂੰ ਨਹੀਂ ਬੁਲਾਇਆ। ਉਹਦੇ ਮਿੱਤਰ ਦੋਸਤ ਸੱਜਣ ਸਾਰੇ ਕਹਿਣ ਲੱਗੇ ਨਹੀਂ, ਤੂੰ ਬਾਦਸ਼ਾਹ ਦੇ ਦਰਬਾਰ 'ਚ ਜਾਣਾ, ਤੂੰ ਸੋਹਣਾ ਲਿਬਾਸ ਪਾ ਕੇ ਜਾ। ਫਕੀਰ ਸ਼ਾਇਰ ਲੋਕ ਸੀ, ਮਨ 'ਚ ਇੱਦਾਂ ਨਾ ਕੀਤਾ, ਕਹਿਣ ਲੱਗਾ ਮੈਂ ਜਿਹੋ ਜਿਹੇ ਤਨ ਤੇ ਬਸਤਰ ਪਹਿਨਦਾ ਮੈਂ ਇਹਦੇ ਨਾਲ ਹੀ ਜਾਵਾਂਗਾ। ਉਹ ਗਿਆ। ਜਿਹੜਾ ਬਾਦਸ਼ਾਹ ਦਾ ਚੌਬਦਾਰ ਦਰਵਾਜ਼ੇ ਤੇ ਖੜਾ ਸੀ ਉਹਨੇ ਅੱਗੇ ਹੀ ਨਹੀਂ ਜਾਣ ਦਿੱਤਾ। ਉਹਨੇ ਕਿਹਾ ਤੇਰੇ ਵਰਗਿਆਂ ਨੂੰ ਬਾਦਸ਼ਾਹ ਨੇ ਬੁਲਾਇਆ, ਤੇਰੇ ਕੱਪੜੇ ਬਾਦਸ਼ਾਹ ਨੂੰ ਮਿਲਣ ਵਾਲੇ ਨੇ, ਤੈਨੂੰ ਬਾਦਸ਼ਾਹ ਨਹੀਂ ਬੁਲਾ ਸਕਦਾ। ਉਹਨੇ ਧੱਕੇ ਮਾਰ ਕੇ ਉਸ ਦਰਬਾਰ 'ਚੋਂ ਬਾਹਰ ਕੱਢ ਦਿੱਤਾ। ਉਹ ਫਿਰ ਆ ਗਿਆ ਵਾਪਸ। ਉਹਦੇ ਮਿੱਤਰ ਕਹਿਣ ਲੱਗੇ ਆ ਗਿਆ। ਕਹਿੰਦਾ ਬਾਦਸ਼ਾਹ ਦੇ ਜਿਹੜਾ ਦਰਵਾਜ਼ੇ 'ਤੇ ਮਹਿਲ 'ਤੇ ਅੱਗੇ ਖੜਾ ਉਹਨੇ ਮੈਨੂੰ ਅੱਗੇ ਹੀ ਨਹੀਂ ਜਾਣ ਦਿੱਤਾ। ਉਹ ਕਹਿੰਦਾ ਤੇਰੇ ਕੱਪੜੇ ਹੀ ਨਹੀਂ ਅੱਗੇ ਜਾਣ ਵਾਲੇ, ਤੂੰ ਲਿਬਾਸ ਕਿਹੋ ਜਿਹਾ ਪਾਇਆ। ਇਹੋ ਜਿਹੇ ਲਿਬਾਸ ਬਾਦਸ਼ਾਹ ਦੇ ਮੂਹਰੇ ਪਹਿਨ ਕੇ ਆਉਂਦੇ ਲੋਕ। ਸਤਿਗੁਰੂ ਪਹਿਨਣ ਦੀ ਗੱਲ ਕਰ ਰਿਹਾ। ਮੈਂ ਇਹ ਬਾਦਸ਼ਾਹ ਦੀ ਸਾਖੀ ਤੁਹਾਡੇ ਸਾਹਮਣੇ ਰੱਖ ਰਿਹਾ। ਅਸੀਂ ਪਹਿਨਣ ਦੇ ਉੱਤੇ, ਇਸ ਦੀਨ ਦੁਨੀਆ ਦੇ ਬਾਦਸ਼ਾਹ ਅੱਗੇ ਵੀ ਪਹਿਨਣ ਦੇ ਉੱਤੇ ਕਈ ਵਾਰ ਨਹੀਂ ਢੰਗ ਦੇ ਕੱਪੜੇ ਪਾ ਕੇ ਆਉਂਦੇ, ਲੋਕ ਲੜਦੇ ਆ। ਜਿਹਨੂੰ ਅਸੀਂ ਕਹਿ ਦਈਏ ਨਾ ਤੁਸੀਂ ਕੈਪਰੀ ਪਾ ਕੇ ਨਾ ਆਓ, ਉਹ ਸਾਨੂੰ ਅੱਗੋਂ ਪਰਸਨਲ ਨੰਬਰ ਪੁੱਛਦਾ, ਨਾ ਪੁੱਛਦਾ ਤੁਸੀਂ ਕੌਣ ਹੋ ਮੈਨੂੰ ਢੱਕਣ ਵਾਲੇ, ਕੌਣ ਹੋ ਮੈਨੂੰ ਪਹਿਨਣ ਵਾਲੇ। ਬਹੁਤ ਸਿਆਣੇ ਲੋਕ ਇਸ ਦਰਬਾਰ 'ਚ ਪਹਿਨਣ ਦਾ ਖਿਆਲ ਇੱਥੇ ਵੀ ਨਹੀਂ ਰੱਖਦੇ। ਹਾਲਾਂਕਿ ਪਹਿਨਣ ਦਾ ਖਿਆਲ ਅਸੀਂ ਸਕੂਲਾਂ 'ਚ ਰੱਖਦੇ ਹਾਂ, ਕਿਉਂਕਿ ਸਕੂਲ 'ਚ ਡਿਸਪਲਿਨ ਹੈ। ਪਤਾ ਜੇ ਸਾਡਾ ਬੱਚਾ ਯੂਨੀਫਾਰਮ ਨਹੀਂ ਪਾ ਕੇ ਜਾਵੇਗਾ ਤਾਂ ਸਕੂਲ 'ਚ ਐਂਟਰੀ ਨਹੀਂ ਗੀ, ਸਕੂਲ 'ਚੋਂ ਕੱਢ ਦੇਣਗੇ। ਬੱਚੇ ਤੂੰ ਅੱਜ ਵਰਦੀ ਨਹੀਂ ਪਾਈ, ਤੂੰ ਕਲਾਸ 'ਚ ਨਹੀਂ ਬਹਿ ਸਕਦਾ। ਉਸ ਬਾਦਸ਼ਾਹ ਦੇ ਦਰਬਾਰ 'ਚੋਂ ਉਸ ਸਾਈਂ ਲੋਕ ਨੂੰ, ਉਸ ਫਕੀਰ ਲੋਕ ਨੂੰ ਬਾਹਰ ਕੱਢ ਦਿੱਤਾ ਗਿਆ। ਉਹ ਆ ਗਿਆ। ਕੀ ਹੋਇਆ, ਕੁਝ ਦਿਨ ਰੁਕ ਕੇ ਉਹਦੇ ਦੋਸਤਾਂ ਮਿੱਤਰਾਂ ਨੇ ਉਹਨੂੰ ਚੰਗੇ ਕੱਪੜੇ ਦਿੱਤੇ, ਚੰਗਾ ਲਿਬਾਸ ਦਿੱਤਾ। ਚੰਗਾ ਲਿਬਾਸ ਪਹਿਨ ਕੇ, ਚੰਗੇ ਵਸਤਰ ਪਹਿਨ ਕੇ ਉਹ ਫੇਰ ਗਿਆ। ਜਿਹੜੇ ਚੌਬਦਾਰ ਨੇ ਧੱਕੇ ਮਾਰ ਕੇ ਬਾਹਰ ਕੱਢਿਆ ਸੀ, ਉਹਨੇ ਝੁੱਕ ਕੇ ਸਲਾਮ ਕੀਤੀ, ਉਹਨੇ ਸਿਰ ਝੁਕਾਇਆ, ਦਰਵਾਜ਼ਾ ਖੋਲ੍ਹਿਆ, ਅੱਗੇ ਘੱਲ ਦਿੱਤਾ। ਉਹਦੇ ਮਨ 'ਚ ਇਸ ਗੱਲ ਦਾ ਆ ਗਿਆ ਵੀ ਅੱਜ ਦੁਨੀਆ 'ਚ ਲੋਕ ਲਿਬਾਸ ਵੇਖਦੇ ਆ, ਅੰਦਰ ਕੀ ਹੈ ਕੁਝ ਨਹੀਂ ਵੇਖਦਾ। ਉਹ ਬਾਦਸ਼ਾਹ ਨੂੰ ਮਿਲਿਆ। ਬਾਦਸ਼ਾਹ ਨੂੰ ਮਿਲਦਿਆਂ ਸਾਰ ਉਹਨੇ ਸਿਰ 'ਤੇ ਦਸਤਾਰ ਬੱਧੀ। ਬਾਦਸ਼ਾਹ ਕਹਿੰਦਾ ਕੀ ਛਕੋਗੇ, ਤੁਸੀਂ ਮੈਨੂੰ ਮਿਲਣ ਆਏ ਹੋ, ਮੇਰੇ ਮਹਿਮਾਨ ਹੋ, ਕੀ ਛਕੋਗੇ?
ਉਹਨੇ ਕਿਹਾ ਮੈਂ ਕੁਝ ਨਹੀਂ ਛਕਣਾ। ਉਹਨੇ ਆਪਣੀ ਦਸਤਾਰ ਉਤਾਰੀ, ਬਾਦਸ਼ਾਹ ਦੇ ਅੱਗੇ ਧਰ ਦਿੱਤੀ। ਉਹਨੇ ਕਿਹਾ ਮੇਰੀ ਦਸਤਾਰ ਨੂੰ ਛਕਾ ਦਿਓ ਜੋ ਛਕਾਉਣਾ। ਬਾਦਸ਼ਾਹ ਇਸ ਗੱਲ ਨੂੰ ਸਮਝ ਗਿਆ। ਕਹਿਣ ਲੱਗਾ ਇਹ ਸ਼ਾਇਰ ਲੋਕ, ਪਖੀਰ ਲੋਕ ਦੀ ਹਰ ਗੱਲ 'ਚ ਕੁਝ ਨਾ ਕੁਝ ਰਮਜ ਹੁੰਦੀ ਹੈ। ਇਹ ਰਮਜ ਸੀ ਕਿ ਅੱਜ ਇਹਨੇ ਦਸਤਾਰ ਲਾ ਕੇ ਮੇਰੇ ਅੱਗੇ ਕਿਉਂ ਰੱਖੀ ਹੈ। ਉਹਨੇ ਪੁੱਛਿਆ ਕਾਰਨ। ਉਹਨੇ ਕਿਹਾ ਕਾਰਨ ਬਾਦਸ਼ਾਹ, ਮੈਂ ਤੈਨੂੰ ਪਹਿਲਾਂ ਵੀ ਮਿਲਣ ਆਇਆ ਸੀ, ਪਰ ਮੇਰੇ ਤਨ ਤੇ ਬਸਤਰ ਜਿਹੜੇ ਸਹੀ ਨਹੀਂ ਸੀ, ਮੈਨੂੰ ਤੇਰੇ ਚੋਬਦਾਰ ਨੇ ਅੱਗੇ ਨਹੀਂ ਲੰਘਣ ਦਿੱਤਾ। ਕਿਉਂਕਿ ਤੁਹਾਡੇ ਵਰਗੇ ਦਰਬਾਰਾਂ 'ਚ ਆਉਣਾ, ਅੱਜ ਅੰਦਰ ਦਾ ਆਚਰਣ ਕੋਈ ਨਹੀਂ ਦੇਖਦਾ, ਬਾਹਰ ਦਾ ਲਿਬਾਸ ਦੇਖਦਾ। ਬਾਹਰ ਦਾ ਲਿਬਾਸ ਉਦਣ ਮੈਂ ਸਹੀ ਨਹੀਂ ਸੀ ਪਹਿਨਿਆ, ਮੈਨੂੰ ਅੰਦਰ ਨਹੀਂ ਵੜਨ ਦਿੱਤਾ। ਅੱਜ ਮੇਰੇ ਮਿੱਤਰਾਂ ਨੇ, ਅੱਜ ਮੇਰੇ ਦੋਸਤਾਂ ਨੇ, ਅੱਜ ਮੇਰੇ ਸੱਜਣਾਂ ਨੇ ਮੈਨੂੰ ਇਹ ਬਸਤਰ ਦਿੱਤੇ ਨੇ, ਅਤੇ ਮੈਂ ਇਹ ਬਸਤਰ ਪਹਿਨ ਕੇ ਆਇਆ ਅਤੇ ਮੈਨੂੰ ਤੇਰੇ ਨਾਲ ਮਿਲਣ ਦਾ ਸਮਾਂ ਮਿਲ ਗਿਆ, ਮੈਨੂੰ ਤੇਰੇ ਨਾਲ ਮੁਲਾਕਾਤ ਕਰਨ ਦਾ ਸਮਾਂ ਮਿਲ ਗਿਆ। ਤੁਹਾਡੇ ਵਰਗੇ ਬਾਦਸ਼ਾਹਾਂ ਦੇ ਦਰਬਾਰ 'ਚ ਮੈਨੂੰ ਅੱਜ ਪਤਾ ਲੱਗਾ ਕਿ ਚੰਗਾ ਕੱਪੜਾ ਪਹਿਨ ਕੇ ਆਉਣ ਨਾਲ ਹੀ ਇੱਜ਼ਤ ਮਿਲਦੀ ਹੈ, ਮਾੜਾ ਕੱਪੜਾ ਪਾ ਕੇ ਆਉਣ ਨਾਲ ਤੁਹਾਡੇ ਦਰਬਾਰ ਦੇ ਅੰਦਰ ਨਹੀਂ ਪਰਮਿਸ਼ਨ ਮਿਲਦੀ। ਉਹਨੇ ਚੋਬਦਾਰ ਨੂੰ ਬੁਲਾਇਆ ਅਤੇ ਸਮਝਾਈ ਇਹ ਗੱਲ। ਉਹਨੇ ਕਿਹਾ ਇਸ ਤਰ੍ਹਾਂ ਨਹੀਂ ਸੀ ਕਰਨਾ। ਮੈਂ ਬਾਬਾ ਨਾਨਕ ਸਾਹਿਬ ਕਹਿੰਦੇ ਕਿਆ ਖਾਧਾ ਕਿਆ ਪੈਦਾ ਹੋਏ, ਕੀ ਹੋਣਾ ਖਾਣ ਦੇ ਨਾਲ, ਕੀ ਹੋਣਾ। ਮਨੁੱਖ ਦੀ ਖੁਰਾਕ ਹੈ ਭੋਜਨ, ਪਰ ਇੰਨਾ ਵੀ ਨਾ ਖਾਓ ਕਿ ਖਾ ਕੇ ਬੰਦਾ ਬਿਮਾਰ ਹੋ ਜਾਵੇ, ਕਿ ਡਾਕਟਰਾਂ ਦਾ ਹੀ ਘਰ ਭਰਨਾ। ਅੱਜ ਬਹੁਤ ਸਾਰੀਆਂ ਬਿਮਾਰੀਆਂ ਖਾਣ ਤੋਂ ਪੈਦਾ ਹੋ ਗਈਆਂ। ਖੁਰਾਕ ਪ੍ਰਮਾਤਮਾ ਨੇ ਇਕੱਲੀ ਮਨੁੱਖਾਂ ਵਾਸਤੇ ਨਹੀਂ ਬਣਾਈ, ਪਸ਼ੂਆਂ ਵਾਸਤੇ ਵੀ ਬਣਾਈ ਹੈ, ਪੰਛੀਆਂ ਵਾਸਤੇ ਵੀ ਬਣਾਈ ਹੈ। ਪਰ ਅੱਜ ਖੁਰਾਕ ਖਾਣ ਦਾ ਨਹੀਂ ਚਿੰਤਾ, ਤੇ ਪਸ਼ੂਆਂ ਨੂੰ ਵੀ ਨਹੀਂ ਤੇ ਪੰਛੀਆਂ ਨੂੰ ਵੀ ਨਹੀਂ, ਇਕੱਲੇ ਮਨੁੱਖ ਨੂੰ ਹੈ। ਤੇ ਮਨੁੱਖ ਖਾਣ ਦੀ ਚਿੰਤਾ ਕਿੰਨੀ ਕੁ ਕਰ ਬੈਠਾ ਹੈ ਕਿ ਸਵੇਰੇ ਉੱਠਦਿਆਂ ਸਾਰ ਸਾਰੇ ਦਿਨ ਦੀ ਲਿਸਟ ਤਿਆਰ ਕਰ ਲੈਂਦਾ ਵੀ ਸਵੇਰੇ ਨਾਸ਼ਤੇ 'ਚ ਕੀ ਲੈਣਾ, ਦੁਪਹਿਰ ਨੂੰ ਕੀ ਖਾਣਾ ਤੇ ਰਾਤ ਨੂੰ ਕੀ ਖਾਣਾ। ਸਾਰਾ ਦਿਨ ਖਾਣ ਦੀ ਚਿੰਤਾ। ਔਰ ਖਾਂਦਾ ਇੱਥੋਂ ਤੱਕ ਪ੍ਰਬਲ ਹੋ ਗਿਆ ਕਿ ਜਦੋਂ ਡਾਕਟਰ ਮਨਾ ਕਰ ਦੇਣ ਵੀ ਤੁਸੀਂ ਫਲਾਣੀ ਚੀਜ਼ ਨਹੀਂ ਖਾਣੀ, ਮਨੁੱਖ ਫਿਰ ਹਟਦਾ, ਵਰਨਾ ਨਹੀਂ ਹਟਦਾ ਉਸ ਚੀਜ਼ ਤੋਂ ਖਾਣ ਤੋਂ। ਅੱਜ ਜ਼ਹਿਰ ਵਰਗੀਆਂ ਚੀਜ਼ਾਂ ਜਿਹੜੀਆਂ ਸਾਡੀ ਮਰਿਆਦਾ 'ਚ ਨਹੀਂ। ਮੈਂ ਹੁਣ ਵੀ ਖਾਣ 'ਤੇ ਪੜ੍ਹ ਰਿਹਾ ਸਾਂ ਗਿਆਨੀ ਜਸਵੰਤ ਸਿੰਘ ਪਰਵਾਨਾ ਜੀ ਨੂੰ। ਪਰਵਾਨਾ ਜੀ ਕਹਿ ਰਹੇ ਸਨ, ਅਸੀਂ ਸਾਰਿਆਂ ਨੇ ਉਹ ਸਰਵਣ ਕੀਤੀ ਹੈ ਵੀ ਤੰਬਾਕੂ ਦਾ ਖੇਤ ਸੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਘੋੜਾ ਨਹੀਂ ਲੰਘਿਆ। ਜੇ ਤੰਬਾਕੂ ਦੇ ਖੇਤ 'ਚੋਂ ਗਾਈਆਂ ਲੰਘੀਆਂ, ਗਾਈਆਂ ਵੜ ਗਈਆਂ ਤੰਬਾਕੂ ਦੇ ਖੇਤ 'ਚ ਵੀ ਹਰਿਆ ਭਰਿਆ ਘਾਹ ਹੈ, ਪਰ ਖਾਧਾ ਨਹੀਂ। ਕਿਉਂ ਨਹੀਂ ਖਾਧਾ? ਕਿਉਂਕਿ ਤੰਬਾਕੂ ਜਿਹੜੀ ਟਾਹਣੀਆਂ ਨੂੰ, ਜਿਹੜੇ ਦਰਖਤਾਂ ਨੂੰ ਲੱਗਦਾ, ਉਹ ਕੌੜੀਆਂ ਸਨ। ਉਹਨਾਂ ਕੌੜੀਆਂ ਜ਼ਹਿਰ ਵਰਗੀਆਂ ਜ਼ਹਿਰੀਲੀਆਂ ਟਾਹਣੀਆਂ ਨੂੰ, ਜ਼ਹਿਰੀਲੇ ਘਾਹ ਨੂੰ ਪਸ਼ੂ ਨਹੀਂ ਖਾਂਦੇ, ਘੋੜਾ ਨਹੀਂ ਖਾਂਦਾ, ਗਾਵਾਂ ਨਹੀਂ ਖਾਂਦੀਆਂ। ਅੱਜ ਮਨੁੱਖ ਖਾ ਰਿਹਾ, ਮਨੁੱਖ ਖਾ ਰਿਹਾ। ਤੇ ਖਾ ਕੇ ਕਰ ਕੀ ਰਿਹਾ ਕਿ ਅੱਜ ਕੈਂਸਰ ਵਰਗੀਆਂ ਬਿਮਾਰੀਆਂ ਉਹਨਾਂ ਖਾਣ ਤੋਂ ਹੋ ਰਹੀਆਂ ਨੇ, ਨਹੀਂ ਟਲ ਰਿਹਾ। ਜਿਹੜੀ ਚੀਜ਼ ਖਾਣ ਪੀਣ ਤੋਂ ਵਰਜੀ ਜਾਂਦੀ ਹੈ, ਜਿਹੜੀ ਚੀਜ਼ ਖਾਣ ਪੀਣ ਤੋਂ ਨੁਕਸਾਨ ਕਰਦੀ ਹੈ, ਮਨੁੱਖ ਉਹ ਵੀ ਖਾ ਰਿਹਾ। ਜਿਹੜੀ ਚੀਜ਼ ਨੂੰ ਪਸ਼ੂ ਨਹੀਂ ਖਾ ਰਹੇ, ਜਿਹੜੀ ਚੀਜ਼ ਨੂੰ ਪੰਛੀ ਨਹੀਂ ਖਾ ਰਹੇ, ਜਿਹੜੀ ਚੀਜ਼ ਨੂੰ ਕੀੜੇ ਮਕੌੜੇ ਨਹੀਂ ਖਾ ਰਹੇ, ਮਨੁੱਖ ਖਾ ਰਿਹਾ। ਗਿਆਨ ਹੁੰਦਿਆਂ, ਬੁੱਧੀ ਹੁੰਦਿਆਂ ਖਾ ਰਿਹਾ। ਹਾਲਾਂਕਿ ਘੋੜਾ ਤੰਬਾਕੂ ਦੇ ਖੇਤ 'ਚ ਵੜਿਆ, ਘੋੜੇ ਨੂੰ ਨਹੀਂ ਪਤਾ ਕੀ ਹੈ, ਪਰ ਨਹੀਂ ਖਾਧਾ, ਕੌੜਾ ਸੀ, ਲੰਘ ਗਿਆ। ਗਾਵਾਂ ਨੇ ਨਹੀਂ ਖਾਧਾ। ਉੱਤੇ ਲਿਖਿਆ, ਮਨੁੱਖ ਪੜ੍ਹ ਰਿਹਾ ਵੀ ਇਹ ਸਿਹਤ ਲਈ ਹਾਨੀਕਾਰਕ ਹੈ, ਫਿਰ ਖਾ ਰਿਹਾ। ਔਰ ਕੀ ਕੁਝ ਨਹੀਂ ਖਾ ਰਿਹਾ, ਇਹ ਮਨੁੱਖ ਖਾ ਰਿਹਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਖਾਣ ਦੇ ਵਿੱਚ ਫਰਕ ਹੈ। ਤੂੰ ਖਾ, ਪਰ ਸਰੀਰ ਨੂੰ ਪਾਲਣ ਵਾਸਤੇ, ਸਰੀਰ ਦੀ ਖੁਰਾਕ ਸਮਝ ਕੇ ਖਾ। ਇਹ ਨਾ ਹੋਵੇ ਕਿ ਤੂੰ ਖਾਈ ਜਾਵੇਂ ਤੇ ਮੁੜ ਕੇ ਤੇਰੇ ਖਾਣ ਕਰਕੇ ਹੀ ਤੈਨੂੰ ਬਿਮਾਰੀ ਲੱਗੇ ਤੇ ਮੁੜ ਕੇ ਡਾਕਟਰਾਂ ਦਾ ਘਰ ਭਰੇ, ਮੁੜ ਕੇ ਵੈਦਾਂ ਦਾ ਘਰ ਭਰੇ। ਇੱਕ ਸੂਫੀ ਫਕੀਰ ਅੱਲਾ ਸਾਈਂ ਦੀ ਇਬਾਦਤ ਕਰਦਾ ਸੀ ਨਾ, ਤੋ ਕਹਿੰਦਾ ਮੈਂ 30 ਵਾਰ ਨਮਾਜ਼ ਪੜ੍ਹਦਾ
तो मैं 30 रोटियां खांदा, मैं दिन दे विच 30 वार नमाज पढ़दा तो 30 वार रोटी खांदा, 30 रोटियां खांदा। उन्होंने किसी सियाणे ने कहा, जे तू नमाज नाल तू एक वारी नमाज पढ़ तो रोटी भी एक टाइम ही खा, एक ही खा। जे तू अपने पेट नाल इंसाफ नहीं कर रहा तो तू नमाज नाल इंसाफ की करेगा? गल तो है ना भी अपने पेट नाल इंसाफ पहला जरूरी है। जे पेट रब ने लाया खाण वास्ते लाया तो चीज़ वो खा जिहदे नाल कोई दुख ना पैदा होवे। बाबा होर खाना खुशी खुआर, जित खाद है तन पीढ़ी है, मन में चले वकार। जिहदे खाण दे नाल मन दे विच वकार पैदा होवे वो ना खा। खाण प्रति गुरु अमरदास महाराज जी के पावन शब्द ये रसना, तू अनरस राच रही तेरी प्यास ना जाए। तेरी प्यास नहीं जाती, तू सारा दिन खाण तो बगैर होर कुछ सोचती नहीं। तो जो तेनों प्रवान हुंदा खांदा तू, जो भरना पेट है पर चस्का जुबान दा। तो जिहड़ी चीज़ जुबान नूं चंगी लगे पेट च हो जाती, जिहड़ी जुबान नूं चंगी ना लगे पेट च नहीं जाण दिंदी। जिहदा स्वाद ना आवे पेट च ही नहीं जाण दिंदी। और पेट च वो चीज़ जाती है जिन्हों रसना जबान प्रवानगी दवे, वरना जिन्हों जबान प्रवानगी ना दवे वो पेट च ही नहीं जाती। क्योंकि अज खाण ते ही सारी गल प्रबल। वैद हकीम दा, किसी डॉक्टर दा खाण वाला चूਰਨ कदे इन्ना ना विकदा जे मनुख खांदा ही संजम ना ते। उन्होंने कदे भी बाद च खाण तो बाद कोई चूਰਨ, कोई वैद, कोई डॉक्टर, कोई हकीम को ना जाना पैंदा जे अपने संयम ना खांदा ते, खुराक बनाउण वास्ते खांदा ते, शरीर च खून बनाउण वास्ते खाना खांदा ते किसी कोल जाण दी लोड़ नहीं। पर कारण ये कि असीं लोड़ तो वध खाण दा शरीर ते बोझ बना लिया, पहनण दा बोझ बना लिया, रसां दा बोझ बना लिया। अज वो इन्ना क बोझ बन गया कि असीं इन्हां रसां चों बाहर नहीं। तो सतगुरु कहते क्या खादा है क्या पैदा हुए, जा मन ना ही सच्चा सोए। जे मन दे विच उस अकाल पुरख परमात्मा दा नाम नहीं वसिया तो फिर ये खाण दा, पहनण दा, हंडाउण दा की फायदा सी? कोई फायदा सी? कोई नहीं। पर अज जे खाण दी गल होवे तो मनुख गुरु घर आण के भी खाण की गल करदा। कीर्तन दरबार होण, गुरपुरब होण, पहला पुछदा अज लंगर च की बनिया। अज कोई जगह इहो जी नहीं जिथे खाण बारे ना पुछया जावे। कोई किसी नूं बुलावे कि तुसीं मेरे कोल आओ, परिवार की सुख शांत बाद च है, पहला की खवाओगे, की बनाया? सिर्फ खाण तक ही सीमित रह गए हैं, पहनण तक सीमित रह गए हैं। ये चीज़ां सन। जीवन खाण तो बगैर नहीं चलता, ये भी सच्चाई है। खाण दे नाल ही सवास, खून, सब कुछ खाण दे नाल बनदा है। पर वो खा जिहड़े खाण दे नाल मनुख तंदुरुस्ती पैदा करे, तंदुरुस्ती रवे। जिहदे खाण नाल कोई तेनों डॉक्टर, हकीम, वैद ये ना खवे कि ये तेरे वास्ते जहर है, ये ना खा, जे ये खाधा तो तेरी मौत है। पहनण दे उत्ते मैं हथ जोड़ के बेनती करा, सानू बहुत वार लोग लड़ते ने जदों सामने खड़ा सेवादार कह दे कि कैपरी पा के अंदर नहीं जाना। अज सरदारां दे मुंडे
ਦਸਤਾਰਾਂ ਦੀ ਜਗ੍ਹਾ ਇੱਕ ਟੋਪੀ ਜੀ ਪਿੱਛੇ ਜੂੜਾ ਕਰਕੇ ਪਾ ਲੈਂਦੇ ਆ ਕਿ ਇਹ ਸਾਡਾ ਲਿਬਾਸ ਸੀ ਪਹਿਨਣ ਵਾਲਾ। ਸਾਨੂੰ ਕੋਰਟ ਦੇ ਵਿੱਚ ਤਰੀਕ ਹੋਵੇ, ਜੱਜ ਦੇ ਅੰਦਰ ਨਹੀਂ ਜਾਣ ਦਿੰਦੇ ਜਿੰਨਾ ਚਿਰ ਅਸੀਂ ਪੂਰਾ ਲਿਬਾਸ ਨਾ ਪਾਇਆ ਹੋਵੇ। ਪਰ ਅਸੀਂ ਗੁਰੂ ਘਰ ਆਉਣ ਲੱਗੇ ਲਿਬਾਸ ਵੱਲ ਨਹੀਂ ਦੇਖਦੇ। ਅਸੀਂ ਸਕੂਲ ਬੱਚਾ ਭੇਜਣ ਲੱਗੇ ਲਿਬਾਸ ਦੇਖਦੇ ਹਾਂ, ਯੂਨੀਫਾਰਮ ਵੇਖਦੇ ਹਾਂ, ਵਰਦੀ ਦੇਖਦੇ ਹਾਂ। ਪਰ ਅਸੀਂ ਗੁਰੂ ਘਰ ਆਉਣ ਲੱਗੇ ਕਦੇ ਪਹਿਨਣ ਤੇ ਕਦੇ ਲਿਬਾਸ ਤੇ ਨਹੀਂ ਖਿਆਲ ਕੀਤਾ। ਅਸੀਂ ਤੇ ਸਿਰ ਤੇ ਕੱਪੜਾ ਢੱਕਣ ਵਾਸਤੇ, ਕੇਸ ਕੱਜਣ ਵਾਸਤੇ, ਸਿਰ ਤੇ ਦਸਤਾਰ ਚੁੰਨੀ ਲੈਣ ਵਾਸਤੇ ਵੀ ਇੱਥੋਂ ਰੁਮਾਲੇ ਦੀ ਪਲਕ ਲੱਭਦੇ ਹਾਂ। ਔਰ ਮੈਂ 1000 ਵਾਰ ਨੋਟ ਕੀਤਾ, ਤੁਸੀਂ ਹੁਣ ਵੀ ਜਾ ਕੇ ਨੋਟ ਕਰ ਲਓ, ਸਿਰ ਕੱਜਣ ਵਾਸਤੇ, ਸਿਰ ਢੱਕਣ ਵਾਸਤੇ ਪਲਕ ਇੱਥੋਂ ਲਈ ਜਾਵੇਗੀ, ਜਾਂਦਿਆਂ ਉਹ ਤੁਹਾਨੂੰ ਕਾਰ ਪਾਰਕਿੰਗ 'ਚੋਂ ਮੋਟਰਸਾਈਕਲਾਂ ਦੇ ਉੱਤੋਂ ਮਿਲੇਗੀ, ਵਾਪਸ ਇੱਥੇ ਨਹੀਂ ਰੱਖ ਕੇ ਜਾਣਗੇ। ਕਿੰਨੀਆਂ ਪਲਕਾਂ, ਕਿੰਨੀਆਂ ਜਾ ਕੇ ਕਿਸੇ ਵੀ ਗੇਟ ਤੇ ਝਾਤੀ ਮਾਰ ਲਿਓ, ਨਾਲ ਟੰਗੀਆਂ ਨੇ। ਲਾਉਣ ਲੱਗੇ ਇੱਥੋਂ ਲੈਣਗੇ, ਜਾਣ ਲੱਗਿਆਂ ਗੇਟਾਂ ਤੇ ਟੰਗ ਕੇ ਜਾਣਗੇ, ਬਾਹਰ ਸੁੱਟ ਕੇ ਜਾਣਗੇ, ਮੋਟਰਸਾਈਕਲਾਂ ਤੇ ਸਕੂਟਰਾਂ ਤੇ ਪਈਆਂ ਹੋਣਗੀਆਂ। ਹੁਣ ਵੀ ਜਾ ਕੇ ਤੁਸੀਂ ਦੇਖ ਸਕਦੇ। ਗੁਰੂ ਘਰ ਆਉਣ ਲੱਗੇ ਵੀ ਅਸੀਂ ਪੂਰੇ ਬਸਤਰ, ਦਸਤਾਰ, ਸਿਰ ਢੱਕ ਕੇ ਆਉਣਾ ਆਪਣੇ ਲਈ ਮੁਨਾਸਬ ਨਹੀਂ ਸਮਝਦੇ। ਤੇ ਫਿਰ ਰੱਬ ਕਿੱਥੋਂ ਮਨ 'ਚ ਵਸਣਾ? ਰਾਜੇ ਦੇ ਦਰਬਾਰ 'ਚ ਲਿਬਾਸ ਤੋਂ ਬਗੈਰ ਨਹੀਂ ਵੜਨ ਦਿੱਤਾ ਜਾਂਦਾ। ਪਰ ਇਹ ਇੱਕ ਦੀਨ ਦੁਨੀਆ ਦੇ ਬਾਦਸ਼ਾਹ ਦਾ ਦਰਬਾਰ ਹੈ, ਪਾਤਸ਼ਾਹ ਦਾ ਦਰਬਾਰ ਹੈ, ਜਿੱਥੇ ਤੇਰੇ ਖਾਣ ਦਾ ਤੈਨੂੰ ਸੁਚੱਜਾ ਢੰਗ ਸਿਖਾਇਆ ਜਾਂਦਾ, ਜਿੱਥੇ ਤੈਨੂੰ ਪਹਿਨਣ ਦਾ ਸੁਚੱਜਾ ਢੰਗ ਸਿਖਾਇਆ ਜਾਂਦਾ, ਜਿੱਥੇ ਤੈਨੂੰ ਇਹ ਗੱਲ ਕਹੀ ਜਾਂਦੀ ਹੈ ਕਿ ਖਾਓ ਜਿਹਦੇ ਨਾਲ ਤੇਰੇ ਮਨ 'ਚ ਵਕਾਰ ਨਾ ਪੈਦਾ ਹੋਵੇ, ਪਹਿਨ ਉਹ ਜਿਹਦੇ ਨਾਲ ਤੂੰ ਕਿਸੇ ਦੇ ਤਨ ਵੱਲ ਨਾ ਤੱਕ ਸਕੇ। ਮਸ਼ਕੀਨ ਸਾਹਿਬ ਨੇ ਕਵੈਤ ਕਥਾ ਕਰਕੇ ਉੱਠੇ ਸਨ ਨਾ, ਮੈਂ ਉਹਨਾਂ ਦੀ ਇੱਕ ਗਾਥਾ ਸੁਣਨ ਕਰ ਰਿਹਾ ਸਾਂ। ਮਸ਼ਕੀਨ ਸਾਹਿਬ ਕੁਵੈਤ ਦੇ ਗੁਰਦੁਆਰਾ ਸਾਹਿਬ ਤੋਂ ਕਥਾ ਕਰਕੇ ਉੱਠੇ ਤੇ ਉਹਨਾਂ ਦਾ ਇੱਕ ਮਿੱਤਰ ਦੋਸਤ ਸੀ, ਪਾਕਿਸਤਾਨ ਦਾ ਪੱਤਰਕਾਰ ਸੀ। ਮਸ਼ਕੀਨ ਸਾਹਿਬ ਉਰਦੂ ਜਾਣਦੇ ਸਨ, ਉਹ ਉਰਦੂ ਦੇ ਲੇਖ ਅਖਬਾਰ 'ਚ ਲਿਖ ਕੇ ਦਿੰਦੇ ਸਨ ਤੇ ਉਹ ਛਾਪ ਕੇ ਗਾਂਹ ਕਰਦਾ ਹੁੰਦਾ ਸੀ। ਉਸ ਪੱਤਰਕਾਰ ਨੇ ਮਸ਼ਕੀਨ ਸਾਹਿਬ ਨੂੰ ਇਹ ਗੱਲ ਮੂੰਹ ਤੇ ਕਹਿ ਦਿੱਤੀ, ਕਹਿਣ ਲੱਗਾ ਤੁਹਾਡਾ ਦੇਸ਼ ਇੰਡੀਆ, ਕਹਿਣ ਲੱਗਾ ਚੋਰਾਂ ਦਾ ਦੇਸ਼ ਆ। ਮਸ਼ਕੀਨ ਸਾਹਿਬ ਕਹਿੰਦੇ ਮੈਂ ਬੜਾ ਗੁੱਸੇ 'ਚ ਆਇਆ ਵੀ ਕੀ ਗੱਲ ਕਹਿ ਰਿਹਾ, ਇਹ ਗੱਲ ਕਿਉਂ ਕਹਿ ਰਿਹਾ। ਉਹਨੇ ਕਾਰਨ ਪੁੱਛਿਆ ਕਿਉਂ, ਕੀ ਗੱਲ ਚੋਰਾਂ ਦਾ ਦੇਸ਼ ਕਿਉਂ ਕਹਿ ਰਿਹਾ। ਉਹਨੇ ਕਿਹਾ ਮੈਨੂੰ ਇੱਕ ਵਾਰ ਇੰਡੀਆ ਜਾਣ ਦਾ ਮੌਕਾ ਮਿਲਿਆ, ਮੈਂ ਟ੍ਰੇਨ 'ਤੇ ਸਫ਼ਰ ਕਰ ਰਿਹਾ ਸੀ, ਮੇਰੀ ਅੱਖ ਲੱਗ ਗਈ, ਟ੍ਰੇਨ 'ਚ ਮੈਂ ਸੀਟ 'ਤੇ ਲੰਮੇ ਪਿਆ, ਮੇਰੀ ਅੱਖ ਲੱਗ ਗਈ, ਮੇਰੇ ਸੁੱਤੇ ਪਿਆ ਮੇਰੇ ਲਾਗੋਂ ਕੋਈ ਮੇਰਾ ਕੱਪੜਿਆਂ ਵਾਲਾ ਟੈਚੀ ਚੁੱਕ ਕੇ ਲੈ ਗਿਆ। ਕਹਿੰਦਾ ਜਦੋਂ ਮੈਂ ਸਟੇਸ਼ਨ 'ਤੇ ਜਾ ਕੇ ਉਤਰਿਆ ਮੇਰੀ ਜੇਬ ਕੱਟੀ ਗਈ, ਨਾ ਮੇਰੇ ਕੋਲ ਟਿਕਟ ਰਹੀ, ਨਾ ਮੇਰੇ ਕੋਲ ਕੋਈ ਪੈਸਾ, ਨਾ ਕੋਈ ਬੈਲੈਂਸ ਰਿਹਾ। ਤੇ ਕਹਿੰਦਾ ਜਦੋਂ ਮੈਂ ਸਾਰਾ ਕੁਝ ਹੀ ਲੁਟਾ ਕੇ ਆ ਗਿਆ ਤੇ ਮੈਂ ਕਿਵੇਂ ਕਹਾਂ ਸੱਚਿਆਂ ਦਾ ਦੇਸ਼ ਹੈ। ਫਿਰ ਉਹਨੇ ਦੂਸਰੀ ਗੱਲ ਵੀ ਨਾਲ ਕਹਿ ਦਿੱਤੀ, ਕਹਿੰਦਾ ਤੁਹਾਡਾ ਦੇਸ਼ ਚੋਰਾਂ ਦਾ ਦੇਸ਼ ਹੈ, ਤੁਹਾਡਾ ਦੇਸ਼ ਬੇਵਿਚਾਰੀਆਂ ਦਾ ਦੇਸ਼ ਹੈ। ਕਹਿਣ ਲੱਗੇ ਤੁਸੀਂ ਬੇਵਿਚਾਰੀ ਕਿਉਂ ਕਹਿ ਰਹੇ ਹੋ। ਕਹਿਣ ਲੱਗਾ ਮੈਂ ਇਸ ਕਰਕੇ ਕਹਿ ਰਿਹਾ, ਸਾਡੇ ਧਰਮ ਦੀਆਂ ਇਸਤਰੀਆਂ ਤੁਹਾਡੇ ਦੇਸ਼ 'ਚ ਕਾਲਾ ਬੁਰਕਾ ਪਹਿਨ ਕੇ ਰੱਖਦੀਆਂ ਨੇ, ਮੂੰਹ ਸਿਰ ਤੋਂ ਲੈ ਕੇ ਪੈਰ ਤੱਕ ਕੋਈ ਅੰਗ ਨਹੀਂ ਨੰਗਾ ਹੁੰਦਾ ਮੁਸਲਮਾਨ ਔਰਤ ਦਾ। ਕਹਿਣ ਲੱਗਾ ਕਿਉਂ। ਕਹਿਣ ਲੱਗਾ ਤੁਹਾਡੇ ਦੇਸ਼ ਦੇ ਲੋਕ ਕੱਪੜੇ ਵੱਲ ਨਹੀਂ ਪਰਾਏ ਤਨ ਵੱਲ ਦੇਖਦੇ ਆ, ਨਜ਼ਰਾਂ ਪਰਾਏ ਤਨ ਵੱਲ ਹੁੰਦੀਆਂ ਨੇ। ਸਾਡੇ ਧਰਮ ਦੀ ਔਰਤ ਤੁਹਾਡੇ ਦੇਸ਼ ਦੇ ਵਿੱਚ ਪੂਰਾ ਲਿਬਾਸ ਪੈ ਕੇ ਰੱਖਦੀ। ਇਹ ਗੱਲਾਂ ਉਸ ਪੱਤਰਕਾਰ ਨੇ ਮਸ਼ਕੀਨ ਸਾਹਿਬ ਨੂੰ ਕਹੀਆਂ। ਗੁਰੂ ਸਾਹਿਬ ਨੇ ਸਿਰਪਾਓ ਦਿੱਤਾ। ਸਿਰਪਾਓ ਦਾ ਭਾਵ ਕੀ ਸੀ, ਸਿਰ ਤੋਂ ਲੈ ਕੇ ਪੈਰਾਂ ਤੱਕ ਢੱਕਣ ਵਾਲਾ। ਅਸੀਂ ਕਹਿੰਦੇ ਹਾਂ ਗੁਰੂ ਫਲਾਣੇ ਸਿੰਘ ਨੂੰ ਸਿਰਪਾਓ ਦੀ ਬਖਸ਼ਿਸ਼ ਹੋਣ ਲੱਗੀ ਹੈ। ਸਿਰਪਾਓ ਦਾ ਭਾਵ ਸਿਰ ਤੋਂ ਲੈ ਕੇ ਪੈਰਾਂ ਤੱਕ ਉਹਦਾ ਬਾਹ ਢੱਕਿਆ ਜਾਵੇ। ਕਿਤੇ ਮੁਸਲਮਾਨ ਔਰਤ ਦੇਖਿਓ ਉਹ ਬੁਰਕਾ ਪਹਿਨ ਕੇ ਰੱਖਦੇ, ਅੰਗ ਨਹੀਂ ਨੰਗਾ ਹੁੰਦਾ। ਉਸ ਪੱਤਰਕਾਰ ਨੇ ਮਸ਼ਕੀਨ ਸਾਹਿਬ ਨੂੰ ਇਹ ਗੱਲ ਕਹੀ ਸੀ। ਸਤਿਗੁਰੂ ਕਹਿੰਦੇ ਜੇ ਪਰਮਾਤਮਾ ਮਨ 'ਚ ਵਸਾਉਣਾ ਹੈ ਤੇ ਫਿਰ ਇਹਨਾਂ ਚੀਜ਼ਾਂ ਤੇ ਸੰਕੋਚ ਕਰ। ਕਿਆ ਖਾਧਾ ਕਿਆ ਪੈਦਾ ਹੋਏ, ਜਾਂ ਮਨ ਨਾਹੀਂ ਸੱਚਾ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ। ਇਹ ਸੰਸਾਰ ਦੇ ਪਦਾਰਥ ਨੇ, ਮੇਵਾ ਕੀਮਤੀ ਪਦਾਰਥ ਨੇ। ਅਮੀਰ ਲੋਕ ਖਾ ਸਕਦੇ ਆ, ਗਰੀਬ ਨਹੀਂ ਖਾ ਸਕਦਾ।
क्या मेवा, क्या घ्यो गुड़ मिठा, क्या मैदा, क्या मास। खाण वाले पदार्थां च मास की गिणती की। क्या कपड़, तेरे को किहो जिहा कपड़ा। क्या सेज सुखाली, तेरे को सेज है सोहनी परमात्मा ने दिती। क्या सेज सुखाली, कीजा भोग बिलास। तू संसार दे उत्ते सारे पदार्थां दा रस मान रहा, घ्यो दा, गुड़ दा, मिठे दा। संसार दे उत्ते सेज सुखाली, तेनू सौण वास्ते सोहणे वस्त्र मिले ने, रहण वास्ते महल मिले ने, हर चीज़ हर सुख सहूलत परमात्मा ने तेनू बख्शी है, रब ने तेनू बख्शी है। क्या लश्कर, क्या नेब खवासी, तेरे पिछे लश्कर चलदा, तू एक नूं आवाज मारे 10 आउंदे ने। क्या लश्कर, तेरे सोहने कपड़े सोझी सेज मिल गई, जे जो मान सकदा तां की बन के रह गया, तेरे पिछे चोब दरबार खड़े ने। क्या लश्कर, क्या नेब खवासी, आवे महली वास, तेरा महलों दे विच निवास होवे, तेरे कोल चोबदार खड़े होण। दुनिया की कोई सुख सहूलत ना होवे जिहड़ी तेरे कोल ना होवे, कोई इहो जी सुख सहूलत नहीं जिहड़ी तेरे कोल ना होवे, सारियां होण। तेरा महलों च वास होवे, चोब दरबार होण, सेज सुखाली होवे, मेवा घ्यो गुड़ मिठा होवे, खाण दे पदार्थ होण, दुनिया दीयां सारियां सुख सहूलतां होण। पर एक गल याद रखी, जिहड़ी सतगुरु गुरु नानक साहब महाराज समझा रहे ने। कहण लगे, क्या लश्कर, क्या नेब खवासी, आवे महली वास, तेरा महलों च वास होवे। नानक सच्चे नाम बिन सभे टोल विनाश, परमात्मा दे नाम तो बिना सब व्यर्थी, सब नासवंती। ते जे तेरे कोल परमात्मा दा नाम होवे ते ये सब कुछ भी तेरे कोल ना होवे ते तेरा जीवन सफल ही। ये शरीरा मेरा इस जग में आए, क्या क्या तुद कर्म कमाया, कि कर्म कमाया तुद शरीरा जां तू जग में आया। जिन हर तेरा रचन रचिया, सो हर मन ना वसाया। जिन्हें तेरा रचन रचिया ना, उन्होंने तू मन च नहीं वसाया, तो जे उन्होंने ना मन च वसाया तो फिर सतगुरु कहते नानक सच्चे नाम बिन सभे टोल विनाश। कह नानक ये शरीर प्रवान हुआ, जिन सतगुर स्यों चित लाया। ये वो शरीर प्रवान होंदा जिन्हें अकाल पुरख परमात्मा नाल चित ला लिया। कह नानक यह शरीर प्रवान हुआ, जिन सतगुर स्यों चित लाया। गुरु अमरदास महाराज कहते शरीर वो प्रवान है जिन्हें अकाल पुरख परमात्मा ने चित ला लिया, चित नूं जोड़ लिया। ते जिहड़ा भुल गया उहदा नहीं। उहदे कोल दुनिया के सारे पदार्थ होण, सोहणे खाण वास्ते पदार्थ होण, पहनण वास्ते होण, सारी नेब खवासी महलां दा वास होवे। जे जुग चारे आरजा होरद सोनी होए, नवां खंडां विच जाणियां नाल चलै सब कोई। तेरे नाल सब कुछ चले, नवां खंडां दा सुख प्राप्त होवे तेरे को। सब कुछ होण दे बावजूद भी चंगा नाव रखाए कै जस कीरत जग ले। जे तिस नदर ना आवई तां वात ना पुछै की। जे तेनू परमात्मा नजर ना आया फिर किसी ने तेरी बात नहीं पुछनी। सभे टोल विनाश, सब नासवंत है, कोई सदीव नहीं। सभे खत्म होने वाले ने। मिलके महलों में वसना नसीब परमात्मा के नाम तो बिना सारे ही पदार्थ। जिन्हों की एग्जाम्पल, जिन्हों की उदाहरण गुरु नानक साहब महाराज जी ने इस पावन शब्द च समझाई है। कहने लगे जिन्ने भी रस ने
ਦੁਨਿਆਵੀ, ਇਹ ਸਭ ਨਾਸਵੰਤੀਓ ਪਰਮਾਤਮਾ ਦੇ ਨਾਮ ਤੋਂ ਬਗੈਰ। ਜਿਹੜੀ ਪਰਮਾਤਮਾ ਦੇ ਨਾਮ ਦੀ ਸੋਭਾ ਹੈ ਉਹ ਇੱਕ ਐਸੀ ਸੋਭਾ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਤੇਰੇ ਕੋਲ ਕੁਝ ਵੀ ਨਾ ਹੋਵੇ, ਪਰਮਾਤਮਾ ਦਾ ਨਾਮ ਹੋਵੇ, ਦੁਨੀਆ ਦੇ ਲੋਕ ਸਾਥ ਛੱਡ ਜਾਣ, ਪਰਮਾਤਮਾ ਦਾ ਨਾਮ ਤੇਰੀ ਸਹਾਇਤਾ ਕਰੇਗਾ। ਜਹ ਮੁਸ਼ਕਿਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਪਰਮਾਤਮਾ ਦਾ ਨਾਮ ਖਿਨ ਮਾਤਰ ਦੇ ਵਿੱਚ ਵੱਡੀ ਤੋਂ ਵੱਡੀ ਮੁਸ਼ਕਿਲ ਦਾ ਵੀ ਹੱਲ ਕੱਢ ਦੇਵੇਗਾ, ਵੱਡੀ ਤੋਂ ਵੱਡੀ ਵਿਪਤਾ ਦਾ ਵੀ ਹੱਲ ਕੱਢ ਦੇਵੇਗਾ, ਵੱਡੀ ਤੋਂ ਵੱਡੀ ਔਕੜ ਦਾ ਵੀ ਹੱਲ ਕੱਢ ਦੇਵੇਗਾ। ਪਰ ਜਿਹੜੇ ਪਦਾਰਥ ਨੇ ਇਹ ਕੋਈ ਹੱਲ ਨਹੀਂ ਕੱਢਣਗੇ। ਪਰਮਾਤਮਾ ਨਾਲ ਜੁੜ, ਪਦਾਰਥਾਂ ਨਾਲ ਜੁੜ। ਹਰ ਹਰ ਨਾਮ ਹਿਰਦੈ ਸਦ ਗਾਵੈ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਫਿਰ ਉਸ ਸੇਵਕ ਦੇ ਕਾਰਜ ਰਾਸ ਹੁੰਦੇ ਆ ਜਿਨੇ ਮਨ ਨੂੰ ਸਮਰਪਣ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਪਰਮਾਤਮਾ ਨੂੰ ਕੀਤਾ, ਰੱਬ ਨੂੰ ਕੀਤਾ। ਸਤਿਗੁਰੂ ਕਹਿੰਦੇ ਨਾਨਕ ਸੱਚੇ ਨਾਮ ਵਿਣ ਸਭੇ ਟੋਲ ਵਿਨਾਸ਼। ਪਰਮਾਤਮਾ ਦੇ ਨਾਮ ਤੋਂ ਬਗੈਰ ਹੋਰ ਸਾਰੇ ਹੀ ਦੁਨਿਆਵੀ ਪਦਾਰਥ ਜੋ ਮਰਜ਼ੀ ਪਹਿਨੀ ਜਾ, ਜੋ ਮਰਜ਼ੀ ਖਾਈ ਜਾ, ਮਹਿਲਾਂ 'ਚ ਤੇਰਾ ਵਾਸ ਹੋਵੇ, ਸਭ ਕੁਝ ਹੋਵੇ ਤੇਰੇ ਕੋਲ, ਤੇਰੀ ਲੰਬੀ ਆਰਜੂ ਹੋਵੇ, ਪਰ ਪਰਮਾਤਮਾ ਤੋਂ ਬਗੈਰ, ਨਾਮ ਤੋਂ ਬਗੈਰ ਤੇਰਾ ਦੁਨੀਆ ਤੇ ਜਸ ਨਹੀਂ, ਤੇਰੀ ਸੋਭਾ ਨਹੀਂ। ਪੌੜੀ ਦੇ ਸ਼ਬਦ 'ਚ ਸਤਿਗੁਰੂ ਸਮਝਾਉਂਦੇ ਨੇ, ਜਾਤੀ ਦੈ ਕਿਆ ਹੱਥ ਸੱਚ ਪਰਖੀਆ। ਕਹਿੰਦੇ ਪਰਮਾਤਮਾ ਦਾ ਨਾਮ ਰੂਪ ਪਰਖਿਆ ਜਾਂਦਾ ਹੈ ਪ੍ਰਭੂ ਦੇ ਦਰ ਤੇ। ਜਾਤ ਦੇ ਹੱਥ ਕੁਝ ਨਹੀਂ। ਜਾਤ ਕਾ ਗਰਭ ਨਾ ਕਰਿਓ ਕੋਈ, ਜਾਤ ਦਾ ਗਰਭ ਨਾ ਕਰਿਓ। ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ। ਜਦੋਂ ਖਾਲਸਾ ਪੰਥ, ਜਦੋਂ ਪਰਿਵਾਰ 'ਚ ਸ਼ਾਮਲ ਹੁੰਦੇ ਆ, ਅੰਮ੍ਰਿਤ ਸੰਚਾਰ ਦਾ ਸਮਾਗਮ ਹੁੰਦਾ, ਪੰਜ ਪਿਆਰੇ ਸਾਹਿਬਾਨ ਇੱਕ ਬਾਟੇ 'ਚੋਂ ਅੰਮ੍ਰਿਤ ਦੇ ਕੇ ਕੀ ਕਹਿੰਦੇ ਨੇ, ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰ ਹਾਈ। ਅੱਜ ਤੋਂ ਬਾਅਦ ਅਸੀਂ ਇੱਕ ਪਿਤਾ ਦੇ ਬੱਚੇ ਹਾਂ, ਅੱਜ ਤੋਂ ਬਾਅਦ ਸਾਡਾ ਇੱਕ ਪਰਿਵਾਰ ਹੈ, ਸਾਡੀ ਕੋਈ ਜਾਤ ਨਹੀਂ। ਪਰ ਖੈਰ ਅੱਜ ਤੇ ਅਸੀਂ ਜਾਤਾਂ ਦੇ ਗੋਤਾਂ ਦੇ ਝਮੇਲਿਆਂ 'ਚ ਚਿਮਟੇ ਹੋਏ ਹਾਂ। ਅੱਜ ਤੇ ਜਾਤਾਂ ਤੇ ਗੋਤਾਂ ਦੇ ਆਧਾਰ ਤੇ ਸੀਮਤ ਨਹੀਂ ਰਹਿ ਗਏ, ਗੁਰਦੁਆਰੇ ਵੀ ਜਾਤਾਂ ਗੋਤਾਂ ਦੇ ਆਧਾਰ ਤੇ ਹੀ ਬਣ ਗਏ ਨੇ। ਹਰ ਜਾਤ ਦਾ, ਹਰ ਗੋਤ ਦਾ, ਹਰ ਸ਼ਹਿਰ 'ਚ, ਆਲ ਵਰਲਡ ਦੇ ਵਿੱਚ ਤੁਹਾਨੂੰ ਅਸਥਾਨ ਮਿਲਣਗੇ ਵੀ ਇਹ ਫਲਾਣਿਆਂ ਦਾ ਤੇ ਇਹ ਦੂਜਿਆਂ ਦਾ ਤੇ ਇਹ ਤੀਜਿਆਂ ਦਾ। ਕੋਈ ਕਿਸੇ ਨਗਰ 'ਚ ਗਿਆ ਸੀ ਨਾ, ਉਹਨੇ ਪੁੱਛਿਆ ਮੈਂ ਗੁਰਦੁਆਰੇ ਜਾਣਾ ਸਿੱਖਾਂ ਦੇ। ਉਹਨੇ ਕਿਹਾ ਸਿੱਖਾਂ ਦਾ ਗੁਰਦੁਆਰਾ ਸਾਡੇ ਪਿੰਡ ਨਹੀਂ, ਸਾਡੇ ਪਿੰਡ ਤੇ ਰਾਮਗੜੀਆਂ ਦਾ, ਜੱਟਾਂ ਦਾ, ਫਲਾਣਿਆਂ ਦਾ, ਢੀਂਗੜਿਆਂ ਦਾ। ਉਹਨੇ ਕਹਿੰਦੇ ਮੈਂ ਸਿੱਖਾਂ ਦੇ ਜਾਣਾ ਨਾ, ਸਿੱਖਾਂ ਦਾ ਨਹੀਂ ਸਾਡੇ ਪਿੰਡ ਗੁਰਦੁਆਰਾ। ਜਾਤਾਂ ਦੇ ਆਧਾਰ ਤੇ ਗੁਰਦੁਆਰੇ ਬਣ ਗਏ। ਤੇ ਸਤਿਗੁਰੂ ਕਹਿੰਦੇ ਇੱਥੇ ਜਾਤ ਦੀ ਗੱਲ ਨਹੀਂ। ਜੇ ਜਾਤ ਦੀ ਗੱਲ ਹੁੰਦੀ, ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 36 ਮਹਾਂਪੁਰਸ਼ਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਦਰਜ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਦਾ ਪਹਿਲਾ ਪ੍ਰੋਗਰਾਮ ਆਪ ਜੀ ਨੇ ਇੱਥੇ ਇਸ ਸਥਾਨ ਤੇ 30 ਤਰੀਕ ਨੂੰ ਸਰਵਣ ਕੀਤਾ। ਦਿੱਲੀ ਦੇ ਵੱਖ-ਵੱਖ ਕੋਨਿਆਂ 'ਚ ਉਹਨਾਂ 36 ਮਹਾਂਪੁਰਸ਼ਾਂ ਦੀ ਬਾਣੀ ਤੇ ਸਮਾਗਮ ਹੋਣੇ ਨੇ। ਤੇ ਉਹਨਾਂ 36 ਮਹਾਂਪੁਰਸ਼ਾਂ ਦੀ ਜਾਤ ਪੜ੍ਹ ਕੇ ਵੇਖਿਓ ਕੀ ਆ। ਕਬੀਰ ਸਾਹਿਬ ਕਿਸ ਜਾਤ ਨੂੰ ਬਿਲੋਂਗ ਕਰਦੇ ਆ, ਭਗਤ ਰਵਿਦਾਸ ਜੀ ਕਿਸ ਜਾਤ ਨੂੰ ਬਿਲੋਂਗ ਕਰਦੇ ਆ, ਭਗਤ ਧੰਨਾ ਜੀ ਕਿਸ ਜਾਤ ਨੂੰ ਬਿਲੋਂਗ ਕਰਦੇ ਆ। ਜੇ ਅਸੀਂ ਜਾਤਾਂ ਵੰਡ ਲਈਆਂ ਨੇ, ਪਰ ਜਿਹੜੀਆਂ ਜਾਤਾਂ ਮਗਰ ਲੱਗ ਕੇ ਅਸੀਂ ਆਪਣੇ 'ਚ ਵਖਰੇਵਾਂ ਪਾ ਲਿਆ, ਅਸੀਂ ਉਹਨਾਂ ਸਾਰੀਆਂ ਜਾਤਾਂ ਨੂੰ ਨਤਮਸਤਕ ਹੁੰਦੇ ਹਾਂ ਜਦੋਂ 10 ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਦੇ ਹਾਂ। ਕਬੀਰ ਮੇਰੀ ਜਾਤ ਕੋ ਸਭ ਕੋ ਹੱਸਨੇ ਹਾਰ। ਕਬੀਰ ਸਾਹਿਬ ਕਹਿੰਦੇ ਮੈਂ ਮੇਰੀ ਜਾਤ ਨੂੰ ਹੱਸਦੇ ਨੇ, ਪਰ ਬਲਿਹਾਰੀ ਇਸ ਜਾਤ ਕੋ, ਮੈਂ ਬਲਿਹਾਰ ਜਾਵਾਂ ਇਸ ਜਾਤ ਦੇ, ਸਦਕੇ ਜਾਵਾਂ ਇਸ ਜਾਤ ਦੇ, ਕੁਰਬਾਨ ਜਾਵਾਂ ਇਸ ਜਾਤ ਦੇ, ਜਿਸ ਜਾਤ ਦੇ ਵਿੱਚ ਰਹਿ ਕੇ ਮੈਂ ਪਰਮਾਤਮਾ ਨੂੰ ਪਾ ਲਿਆ, ਜਿਸ ਜਾਤ ਦੇ ਵਿੱਚ ਪੈ ਕੇ ਮੈਂ ਰੱਬ ਨੂੰ ਪਾ ਲਿਆ। ਮੈਂ ਉਸ ਜਾਤ ਨੂੰ ਸਿਜਦਾ ਕਰਦਾ, ਮੈਂ ਉਸ ਜਾਤ ਨੂੰ ਨਮਸਕਾਰ ਕਰਦਾ। ਜਾਤੀ ਦੇ ਕਿਆ ਹੱਥ ਸੱਚ ਪਰਖੀ ਹੈ, ਸੱਚ ਨੂੰ ਪਰਖਣਾ ਕਰ, ਜਾਤਾਂ ਪਾਤਾਂ ਦੀ ਉਲਝਣਾਂ 'ਚ ਨਾ ਪੈ। ਮੋਹਰਾ ਹੋਵੇ ਹੱਥ ਮਰੀਏ ਚੱਖੀਆ।
ਕਹਿਣ ਲੱਗੇ ਪਰਖਿਆ ਜਾਂਦਾ ਜੇ ਜਾਤ ਵਰਨ ਦਾ ਕੋਈ ਲਿਹਾਜ਼ ਨਹੀਂ, ਜਾਤ ਦਾ ਹੰਕਾਰ ਮੂਹਰੇ ਸਮਾਨ ਨਹੀਂ। ਜੇ ਕਿਸੇ ਪਾਸ ਮੋਹਰਾ ਹੋਵੇ, ਭਾਵੇਂ ਉਹ ਕਿਸੇ ਜਾਤ ਦਾ ਵੀ ਹੋਵੇ, ਮੋਹਰਾ ਖਾਏਗਾ ਤੇ ਉਹ ਮਰੇਗਾ ਹੀ। ਜਿਹੜਾ ਜ਼ਹਿਰ ਖਾਵੇਗਾ ਉਹ ਮਰੇਗਾ ਵੀ। ਸਭ ਹਰਾਮ ਜੇਤਾ ਕਿਛ ਖਾਏ, ਸੱਚੇ ਕੀ ਸਰਕਾਰ। ਅਕਾਲ ਪੁਰਖ ਪਰਮਾਤਮਾ ਦਾ ਨਾਮ ਸੱਚਾ ਹੈ, ਜੁਗ ਜੁਗ ਜਾਣੀਐ। ਉਹ ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਉਹਦੀ ਸੋਭਾ ਹਰ ਯੁੱਗ ਦੇ ਵਿੱਚ ਹੈ, ਜੁਗ ਜੁਗ ਜਾਣੀਐ। ਹੁਕਮ ਮੰਨੈ ਸਰਦਾਰ, ਦਰ ਦੀ ਬਾਣੀ ਹੈ। ਜਿਹੜਾ ਉਸ ਅਕਾਲ ਪੁਰਖ ਪਰਮਾਤਮਾ ਦਾ ਹੁਕਮ ਮੰਨਦਾ, ਇਹ ਗੱਲ ਸੁਣਾਈ ਗੁਰੂ ਸ਼ਬਦ ਰਾਹੀਂ, ਇਸ ਗੱਲ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ, ਹੁਕਮ ਮੰਨਣ ਰੂਪ ਧਾਰ ਕੇ ਜਗਤ ਵਿੱਚ ਭੇਜਿਆ ਜਾਂਦਾ ਕਿ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਹੁਕਮ ਰਜਾਈ ਚੱਲਣਾ, ਜੋ ਗੁਰ ਕਹਿ ਸੋਈ ਭਲ ਮਾਨੋ। ਜਿਹੜਾ ਉਸ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਅੰਦਰ ਚੱਲਦਾ ਹੈ। ਫੁਰਮਾਨੀ ਕੈ ਕਾਰ ਖਸਮ ਪਠਾਣਿਆ। ਫੁਰਮਾਨੀ, ਸਤਿਗੁਰੂ ਕਹਿੰਦੇ ਇਸ ਤੋਂ ਅਸਵਾਰ ਹੋ ਕੇ ਰਾਹ ਤੁਰ ਪਏ ਤੇ ਬੰਦਾ ਤਿਆਰ ਪਏ, ਕਈ ਅਸਵਾਰ ਲੱਦ ਗਏ। ਇਹ ਗੱਲ ਨਗਾਰਚੀ ਗੁਰੂ ਸ਼ਬਦ ਰਾਹੀਂ ਤੈਨੂੰ ਸੋਝੀ ਮਿਲਦੀ ਹੈ। ਫੁਰਮਾਨੀ ਕੈ ਖਾਰ ਖਸਮ ਪਟਾਲਿਆ, ਤਲਬ ਬਾਜ ਵਿਚਾਰ ਸ਼ਬਦ ਸੁਣਾਇਆ। ਤਲਬ ਬਾਜ ਕਹਿਣ ਲੱਗੇ, ਸਤਿਗੁਰੂ ਕਹਿਣ ਲੱਗੇ ਤਲਬ ਬਾਜ, ਗੁਰੂ ਦੇ ਸ਼ਬਦ ਰਾਹੀਂ ਇਹ ਗੱਲ ਸੁਣਾਈ। ਭਾਵ ਗੁਰੂ ਦੇ ਸ਼ਬਦ ਰਾਹੀਂ ਕਿਸੇ ਗੱਲ ਦਾ ਢੰਡੋਰਾ ਦਿੱਤਾ ਕਿ ਇਹ ਢੰਡੋਰਾ ਸੁਣ ਕੇ ਭਾਈ ਗੁਰਮੁਖ ਤਾਂ ਅਸਵਾਰ ਹੋ ਗਏ ਨੇ, ਇਸ ਰਾਹ ਤੇ ਤੁਰ ਪਏ ਨੇ। ਜਿਸ ਰਾਹ ਤੇ ਤੁਰਿਆ ਗੁਰਮੁਖਾਂ ਦੇ ਤਿਆਰ ਹੋ ਪਏ ਨੇ ਕਈ ਅਸਵਾਰ, ਸੱਚ ਦੀ ਦੌੜ ਵਿੱਚ ਦੌੜ ਕੇ, ਜਿਹੜੇ ਸੱਚ ਤੇ ਤੁਰ ਪਏ, ਸੱਚ ਦੇ ਪਾਂਧੀ ਬਣ ਗਏ, ਸੱਚ ਦੇ ਮਾਰਗ ਨੂੰ ਅਪਣਾ ਲਿਆ। ਇੱਕ ਨਾ ਬੱਦੀ ਭਾਰ, ਇੱਕ ਨਾ ਸਾਖਤੀ। ਸਤਿਗੁਰੂ ਕਹਿੰਦੇ ਗੁਰਮੁਖਾਂ ਦੇ ਕਈ ਅਸਵਾਰ ਲੱਦ ਗਏ ਤੇ ਕਈ ਇਹਦੇ ਤੇ ਇਸ ਅਸਥਾਨ ਤੋਂ ਤਾਖਤੀ ਦੌੜ, ਭਾਵ ਦੌੜ ਪੈ ਗਈ ਵੀ ਜਿਹੜੀ ਦੌੜ ਦੇ ਲਈ ਉਹ ਛੇਤੀ ਹੀ ਦੌੜ ਪਏ ਕਿ ਅਕਾਲ ਪੁਰਖ ਪਰਮਾਤਮਾ ਨੇ ਕਈ ਅਸਵਾਰ ਹੋ ਗਏ। ਇਸ ਪਾਵਨ ਸ਼ਬਦ 'ਚ ਸਤਿਗੁਰੂ ਜੀ ਨੇ ਇਹੀ ਸਮਝਾਇਆ ਕਿ ਜੀਵਨ ਦੇ ਵਿੱਚ ਸਾਰਿਆਂ ਰਸਾਂ ਨੂੰ ਮਾਣ, ਸਾਰਿਆਂ ਰਸਾਂ ਨੂੰ ਮਾਣਦਾ ਪਰਮਾਤਮਾ ਨੂੰ ਨਾ ਭੁੱਲੀ। ਜੇ ਪਰਮਾਤਮਾ ਨੂੰ ਭੁੱਲ ਗਿਆ ਤੇ ਸਭ ਕੁਝ ਵਿਅਰਥ ਹੀ। ਜਾਤਾਂ ਦੇ ਹੰਕਾਰ 'ਚ ਨਾ ਪੈ ਜਾਵੀਂ, ਜਾਤਾਂ ਪਾਤਾਂ ਤੋਂ ਨਿਰਲੇਪ ਰਵੀਂ, ਸੱਚ ਨੂੰ ਪਰਖਣਾ ਕਰੀ, ਸੱਚ ਦੀ ਕਸਵੱਟੀ ਤੇ ਉਤਰੀ ਤੇ ਸੱਚ ਦੀ ਕਸਵੱਟੀ ਹੀ ਤੇਰੇ ਜੀਵਨ ਦਾ ਪਾਰ ਉਤਾਰਾ। ਝੂਠ ਦੀ ਬਹੁਤੀ ਬੁਨਿਆਦ ਨਹੀਂ, ਝੂਠ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ। ਸੱਚਾਈ ਇੱਕ ਹੈ ਪਰ ਸੱਚਾਈ ਸਦੀਵ ਰਹਿੰਦੀ ਹੈ, ਝੂਠ ਨਾਸਵੰਤ ਹੋ ਜਾਂਦਾ, ਝੂਠ ਖਤਮ ਹੋ ਜਾਂਦਾ। ਜਿਹੜੇ ਲੋਕ ਜਿਨ੍ਹਾਂ ਨੇ ਸ਼ਖਸੀਅਤਾਂ ਨੇ ਸੱਚ ਤੇ ਪਹਿਰਾ ਦਿੱਤਾ ਹੈ, ਅੱਜ ਵੀ ਦੁਨੀਆ ਉਹਨਾਂ ਨੂੰ ਪੂਜਦੀ ਹੈ। ਤੇ ਜਿਨ੍ਹਾਂ ਨੇ ਸੱਚ ਤੇ ਪਹਿਰਾ ਦਿੱਤਾ ਹੈ ਉਹ ਕੋਈ ਘਰੋਂ ਬਹੁਤ ਅਮੀਰ ਲੋਕ ਨਹੀਂ ਸਨ। ਉਹਨਾਂ ਦਾ ਜੀਵਨ ਪੜ੍ਹ ਕੇ ਵੇਖੋ, ਬੜੇ ਸਧਾਰਨ ਪਰਿਵਾਰਾਂ 'ਚੋਂ ਸੀ, ਪਰ ਉਹਨਾਂ ਅੰਦਰ ਇੱਕ ਸੱਚਾਈ ਸੀ ਪਰਮਾਤਮਾ ਦੇ ਨਾਮ ਦੀ, ਪਰਮਾਤਮਾ ਦੀ ਸੋਭਾ ਦੀ, ਪਰਮਾਤਮਾ ਦੀ ਗੱਲ ਦੀ, ਜਿਹੜੀ ਉਹਨਾਂ ਆਪਣੇ ਹਿਰਦੇ ਅੰਦਰ ਵਸਾ ਲਈ। ਸਤਿਗੁਰੂ ਕਿਰਪਾ ਕਰਨ। ਪਾਵਨ ਸ਼ਬਦ ਦੀ ਵਿਚਾਰ ਕਰਦੇ ਹਾਂ, ਇੱਕ ਨਹੀਂ ਅਨੇਕਾਂ ਭੁੱਲਾਂ ਹੋ ਗਈਆਂ ਨੇ। ਗੁਰੂ ਸਾਹਿਬ ਸੰਗਤ ਬਖਸ਼ਣਯੋਗ ਹੈ। ਕੋਟਾਨ ਕੋਟ ਸ਼ੁਕਰ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ। ਸਤਿਕਾਰਯੋਗ ਪੰਥ ਦੀ ਮਹਾਨ ਸ਼ਖਸੀਅਤ ਸਿੰਘ ਸਾਹਿਬ ਗਿਆਨੀ ਬਚਿੱਤਰ ਸਿੰਘ ਜੀ, ਇਸ ਪਾਵਨ ਅਸਥਾਨ ਦੇ ਹੈੱਡ ਗ੍ਰੰਥੀ ਸਾਹਿਬ, ਜਿਨ੍ਹਾਂ ਨੇ ਕੱਲ੍ਹ ਦੀ ਸੇਵਾ ਨਿਭਾਈ ਸੀ ਇਸ ਪਾਵਨ ਸ਼ਬਦ ਦੀ। ਸਤਿਗੁਰੂ ਕਿਰਪਾ ਕਰਨ। ਹੋਈਆਂ ਭੁੱਲਾਂ ਦੀ ਮੁਆਫੀ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦ ਸਾਹਿਬ।